ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਹਰ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਦੇ ਹੋ, ਆਪਣਾ ਕੀਮਤੀ ਸਮਾਂ ਦਿੰਦੇ ਹੋ। ਵੀਡੀਓ ਵਿੱਚ ਜੋ ਵੀ ਸਮਝਾਇਆ ਜਾਂਦਾ ਹੈ ਉਹਨੂੰ ਤੁਸੀਂ ਸਮਝਦੇ ਹੋ ਅਤੇ ਮੈਨੂੰ ਦੱਸਦੇ ਹੋ ਕਿ ਤੁਹਾਨੂੰ ਸਮਝ ਆ ਗਿਆ ਹੈ, ਅਤੇ ਤੁਸੀਂ ਆਪਣੇ ਕਮੈਂਟਸ ਵੀ ਕਰਦੇ ਹੋ, ਆਨਸਰਸ ਲਿਖਦੇ ਹੋ, ਲਾਈਕ ਕਰਦੇ ਹੋ ਵੀਡੀਓ ਨੂੰ। ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਸਾਰਿਆਂ ਦਾ। ਮੇਰੇ ਲਈ ਇਹੀ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਤੁਹਾਨੂੰ ਜੋ ਸਮਝਾਇਆ ਜਾਂਦਾ ਹੈ ਉਹ ਤੁਹਾਨੂੰ ਸਮਝ ਲੱਗ ਜਾਂਦਾ ਹੈ, ਅਤੇ ਉਮੀਦ ਕਰਦੀ ਹਾਂ ਅੱਜ ਵੀ ਜੋ ਇਸ ਵੀਡੀਓ 'ਚ ਸਮਝਾਇਆ ਜਾਏਗਾ ਉਹ ਤੁਹਾਨੂੰ ਜ਼ਰੂਰ ਸਮਝ ਲੱਗੇ। ਅੱਜ ਦੀ ਇਸ ਵੀਡੀਓ ਵਿੱਚ ਆਇਲਸ ਰਾਈਟਿੰਗ ਟਾਸਕ 1 ਲਾਈਨ ਗ੍ਰਾਫ ਬਾਰੇ ਸਮਝਾਇਆ ਜਾਏਗਾ। ਇਸ ਵੀਡੀਓ ਵਿੱਚ ਇੱਕੋ ਇੱਕ ਲਾਈਨ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਕਿਵੇਂ ਲਿਖਣਾ ਹੈ ਚੰਗੀ ਤਰ੍ਹਾਂ ਨਾਲ ਪੂਰੇ ਡਿਟੇਲ ਵਿੱਚ ਸਮਝਾਇਆ ਜਾਏਗਾ। ਟਾਸਕ 1 ਜਿਹੜਾ ਮਰਜ਼ੀ ਆਵੇ, ਲਾਈਨ ਗ੍ਰਾਫ, ਬਾਰ ਗ੍ਰਾਫ, ਪਾਈ ਚਾਰਟ, ਟੇਬਲ, ਵਟਐਵਰ ਜਿਹੜਾ ਵੀ ਆਵੇ, ਸਭ ਤੋਂ ਪਹਿਲਾਂ ਸਾਡਾ ਕੰਮ ਹੁੰਦਾ ਹੈ ਕਿ ਉਹਨੂੰ ਸਮਝਣਾ, ਸਬਜੈਕਟ ਨੂੰ ਸਮਝਣਾ ਕਿ ਕਿਸ ਬਾਰੇ ਗੱਲ ਕੀਤੀ ਗਈ ਹੈ। ਇੱਥੇ ਕਿਹਦੇ ਬਾਰੇ ਗੱਲ ਕੀਤੀ ਗਈ ਹੈ? ਇੱਥੇ ਗੋਲਡ ਦੀ ਸੇਲਸ ਬਾਰੇ ਗੱਲ ਕੀਤੀ ਗਈ ਹੈ। ਗੋਲਡ ਦੀ ਵਿਕਰੀ ਹੋ ਰਹੀ ਹੈ ਔਰ ਗੋਲਡ ਦੀ ਸੇਲਸ ਯੂਨਿਟ ਕਿਹੜਾ ਆ, ਕਿਹੜੇ ਯੂਨਿਟ ਵਿੱਚ ਦੱਸਿਆ ਜਾ ਰਿਹਾ ਕਿ ਇੰਨਾ ਗੋਲਡ ਹੈ ਜਿਹੜਾ ਉਹ ਵੇਚਿਆ ਗਿਆ, ਉਹ ਹੈ ਮਿਲੀਅਨ ਡਿਰਾਮਸ, ਰਾਈਟ। ਅਤੇ ਮਿਲੀਅਨ ਡਿਰਾਮਸ ਕਰੰਸੀ ਹੈ ਦੁਬਈ ਦੀ। ਅਤੇ ਕਿੱਥੇ ਵਿਕਰੀ ਹੋਈ? ਦੁਬਈ ਵਿੱਚ ਗੋਲਡ ਦੀ ਵਿਕਰੀ ਹੋਈ। ਕਿਹੜੇ ਸਾਲ ਵਿੱਚ? 2002 ਵਿੱਚ। ਕਦੋਂ ਤੋਂ ਲੈ ਕੇ ਕਦੋਂ ਤੱਕ? ਜਨਵਰੀ ਤੋਂ ਲੈ ਕੇ ਦਸੰਬਰ ਤੱਕ। ਪੂਰੇ ਸਾਲ ਦੇ ਬਾਰੇ ਦੱਸਿਆ ਗਿਆ ਹੈ। ਤੁਹਾਨੂੰ ਜਿਵੇਂ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਿ ਆਇਲਸ ਰਾਈਟਿੰਗ ਟਾਸਕ 1 ਦੀ ਸਟਾਰਟਿੰਗ ਵਿੱਚ ਅਸੀਂ ਇੰਟਰੋਡਕਸ਼ਨ ਦਾ ਪੈਰਾਗ੍ਰਾਫ ਲਿਖਦੇ ਹਾਂ, ਅਤੇ ਇੰਟਰੋਡਕਸ਼ਨ ਪੈਰਾਗ੍ਰਾਫ ਵਿੱਚ ਅਸੀਂ ਦਿੱਤੀ ਹੋਈ ਲਾਈਨ ਜਿਹੜੀ ਉਹਨਾਂ ਨੇ ਲਾਈਨ ਦਿੱਤੀ ਹੁੰਦੀ ਹੈ ਉਹਨੂੰ ਹੀ ਅਸੀਂ ਰੀਫਰੇਸ ਕਰਕੇ ਲਿਖਣਾ ਹੁੰਦਾ ਹੈ। ਮਤਲਬ ਸੈਂਸ ਬਿਲਕੁਲ ਉੱਦਾਂ ਦੀ ਉੱਦਾਂ ਰਹਿੰਦੀ ਹੈ, ਬਟ ਅਸੀਂ ਸਿਨੋਨਿਮਸ ਯੂਜ਼ ਕਰਨੇ ਹੁੰਦੇ ਆ। ਜਿੰਨੇ ਸਿਨੋਨਿਮਸ ਯੂਜ਼ ਕਰਾਂਗੇ ਉਨੇ ਜ਼ਿਆਦਾ ਬੈਂਡਸ ਆਉਣਗੇ। ਜੇ ਤੁਹਾਨੂੰ ਥੋੜ੍ਹਾ ਜਿਹਾ ਵੀ ਡਾਊਟ ਹੈ ਇੰਟਰੋਡਕਸ਼ਨ ਦੇ ਪੈਰਾਗ੍ਰਾਫ ਨੂੰ ਲੈ ਕੇ, ਤੁਹਾਡੇ ਮਨ ਵਿੱਚ ਸਵਾਲ ਆਉਂਦਾ ਕਿ ਕਿੱਦਾਂ ਦੀ ਇੰਟਰੋਡਕਸ਼ਨ ਹੋਏਗੀ ਕਿ ਸਾਡੇ ਬੈਂਡਸ ਬਹੁਤ ਵਧੀਆ ਆਉਣ, ਅਤੇ ਤੁਸੀਂ ਆਇਲਸ ਰਾਈਟਿੰਗ ਟਾਸਕ 1 ਇੰਟਰੋਡਕਸ਼ਨ ਦੀ ਵੀਡੀਓ ਜ਼ਰੂਰ ਦੇਖ ਲੈਣਾ ਜੋ ਕਿ ਇਸ ਚੈਨਲ ਵਿੱਚ ਦਿੱਤੀ ਹੋਈ ਹੈ। ਹੁਣ ਇਸ ਗ੍ਰਾਫ ਵਿੱਚ ਸਾਨੂੰ ਕੀ ਲਾਈਨ ਦਿੱਤੀ ਹੈ ਉਹਨਾਂ ਨੇ? ਦ ਗ੍ਰਾਫ ਬਿਲੋ ਸ਼ੋਜ਼ ਗੋਲਡ ਸੇਲਸ ਇਨ ਦੁਬਈ ਇਨ 2002। ਹੁਣ ਅਸੀਂ ਇਹਨੂੰ ਕਿੱਦਾਂ ਰੀਫਰੇਸ ਕਰਨਾ ਹੈ ਦੇਖਦੇ ਹਾਂ। ਜਿਵੇਂ ਅਸੀਂ ਜਾਣਦੇ ਹਾਂ ਅਸੀਂ ਕਿੱਥੋਂ ਸ਼ੁਰੂ ਕਰਨਾ ਹੈ? ਦਾ ਗਿਵਨ ਜਾਂ ਫਿਰ ਦਾ ਪ੍ਰੋਵਾਈਡਡ। ਇਹ ਕੰਪਲਸਰੀ ਹੈ, ਠੀਕ ਹੈ, ਕਿਉਂਕਿ ਅਸੀਂ ਲਿਖਣਾ ਹੈ ਕਿ ਜਿਹੜਾ ਦਿੱਤਾ ਹੋਇਆ। ਉਹਨਾਂ ਨੇ ਕੀ ਲਿਖਣਾ ਹੈ? ਜਿਹੜਾ ਥੱਲੇ ਡਰਾਅ ਕੀਤਾ ਹੋਇਆ। ਬਿਲੋ ਦਾ ਮਤਲਬ ਹੁੰਦਾ ਥੱਲੇ, ਠੀਕ ਹੈ, ਅਤੇ ਉਹਨਾਂ ਨੇ ਡਰਾਅ ਕੀਤਾ ਹੁੰਦਾ। ਅਸੀਂ ਨਹੀਂ ਡਰਾਅ ਕਰਨਾ, ਅਸੀਂ ਤਾਂ ਇਹ ਲਿਖਣਾ ਹੈ ਕਿ ਸਾਨੂੰ ਜਿਹੜਾ ਦਿੱਤਾ ਹੋਇਆ ਲਾਈਨ ਗ੍ਰਾਫ ਹੈ ਜਾਂ ਬਾਰ ਗ੍ਰਾਫ, ਪਾਈ ਚਾਰਟ ਜਿਹੜਾ ਵੀ ਹੈ ਉਹ ਕੀ ਦੱਸਦਾ, ਠੀਕ ਹੈ। ਇਸ ਕਰਕੇ ਅਸੀਂ ਇਹ ਵਰਡ ਲਿਖਣਾ ਜ਼ਰੂਰੀ ਹੈ ਸਾਡੇ ਲਈ, ਦਾ ਗਿਵਨ ਜਾਂ ਫਿਰ ਦਾ ਪ੍ਰੋਵਾਈਡਡ। ਉਸ ਤੋਂ ਬਾਅਦ ਅਸੀਂ ਇਹ ਲਿਖਣਾ ਲਾਈਨ ਗ੍ਰਾਫ ਜੋ ਸਾਨੂੰ ਦਿਖਾਈ ਦਿੰਦਾ। ਉਹਨਾਂ ਨੇ ਚਾਰਟ ਲਿਖਿਆ ਹੁੰਦਾ ਹੈ, ਜ਼ਿਆਦਾਤਰ ਉਹਨਾਂ ਨੇ ਲਿਖਿਆ ਹੁੰਦਾ ਦਾ ਚਾਰਟ ਬਿਲੋ ਸ਼ੋਜ਼। ਉਹ ਅਸੀਂ ਦੇਖਣਾ ਹੈ ਕਿ ਲਾਈਨ ਗ੍ਰਾਫ ਹੈ, ਬਾਰ ਗ੍ਰਾਫ ਹੈ, ਪਾਈ ਚਾਰਟ ਹੈ, ਕੀ ਹੈ, ਟੇਬਲ ਹੈ, ਵਾਟ ਇਜ਼ ਇਟ। ਫਿਰ ਅਸੀਂ ਉਸ ਹਿਸਾਬ ਨਾਲ ਲਿਖਣਾ ਹੁੰਦਾ ਹੈ ਦ ਗਿਵਨ ਲਾਈਨ ਗ੍ਰਾਫ। ਉਸ ਤੋਂ ਬਾਅਦ ਸ਼ੋਜ਼ ਦੇ ਸਿਨੋਨਿਮਸ ਤੁਸੀਂ ਕੀਤੇ ਹੋਣੇ ਜਾਂ ਨਹੀਂ ਕੀਤੇ ਤਾਂ ਉਹਦੇ ਰਿਲੇਟਿਡ ਵੀ ਸਿਨੋਨਿਮਸ ਦੀ ਵੀਡੀਓ ਹੈ, ਉਹ ਵੀ ਜ਼ਰੂਰ ਦੇਖ ਲਿਓ। ਉਹਦੇ ਵਿੱਚੋਂ ਤੁਸੀਂ ਜਿੰਨੇ ਵੀ ਸਿਨੋਨਿਮਸ ਹੈ ਉਹ ਸਾਰੇ ਕਾਪੀ 'ਤੇ ਨੋਟ ਡਾਊਨ ਕਰਕੇ ਉਹਨੂੰ ਯਾਦ ਕਰ ਲਓ ਚੰਗੀ ਤਰ੍ਹਾਂ ਨਾਲ। ਅਤੇ ਸ਼ੋਜ਼ ਦੀ ਜਗ੍ਹਾ ਅਸੀਂ ਕੀ ਲਿਖ ਦਿੱਤਾ? ਰਿਵੀਲਸ। ਬਿਲੋ ਨੂੰ ਅਸੀਂ ਹਟਾਤਾ। ਉਸ ਤੋਂ ਬਾਅਦ ਗਿਵਨ ਲਿਖ ਦਿੱਤਾ। ਇਹ ਸਾਰੀਆਂ ਕੀ ਹੈ? ਚੇਂਜਿਸ, ਰਾਈਟ। ਉਹਨਾਂ ਨੇ ਗ੍ਰਾਫ ਲਿਖਿਆ, ਅਸੀਂ ਲਾਈਨ ਗ੍ਰਾਫ ਲਿਖਤਾ। ਇਹ ਸਾਰਾ ਬਦਲਾਵ ਲੈ ਕੇ ਆਏ ਅਸੀਂ। ਦ ਗਿਵਨ ਲਾਈਨ ਗ੍ਰਾਫ ਰਿਵੀਲਸ ਸੇਲਸ ਆਫ ਗੋਲਡ ਸੇਲਸ ਹੈ, ਅਸੀਂ ਹੁਣ ਸੇਲਸ ਤਾਂ ਗੋਲਡ ਦੀਆਂ ਹੀ ਲਿਖਾਂਗੇ, ਰਾਈਟ। ਹੋਰ ਤਾਂ ਕਿਸੇ ਮੈਟਲ ਦੀ ਨਹੀਂ ਲਿਖ ਸਕਦੇ, ਬਟ ਅਸੀਂ ਗੋਲਡ ਸੇਲਸ ਦੀ ਜਗ੍ਹਾ ਇੰਨਾ ਚੇਂਜ ਕਰ ਸਕਦੇ ਹਾਂ, ਸੇਲਸ ਆਫ ਗੋਲਡ ਲਿਖ ਸਕਦੇ ਹਾਂ। ਦੁਬਈ ਦੀ ਜਗ੍ਹਾ ਵੀ ਅਸੀਂ ਕੋਈ ਹੋਰ ਕੰਟਰੀ ਦਾ ਨਾਮ ਨਹੀਂ ਲਿਖ ਸਕਦੇ, ਇਨ ਵੀ ਨਹੀਂ ਹਟਾ ਸਕਦੇ। ਇਨ ਦੁਬਈ ਡਿਊਰਿੰਗ ਦਾ ਈਅਰ 2002। ਹੁਣ ਇਨ ਦੀ ਪ੍ਰੈਪੋਜੀਸ਼ਨ ਦਾ ਸਿਨੋਨਿਮ ਕੀ ਹੈ? ਮਤਲਬ ਇਨ ਵੀ ਲਿਖ ਸਕਦੇ ਹਾਂ ਔਰ ਡਿਊਰਿੰਗ ਵੀ ਲਿਖ ਸਕਦੇ ਹਾਂ, ਬਟ ਡਿਊਰਿੰਗ ਦੁਬਈ ਦੇ ਨਾਲ ਨਹੀਂ ਲਿਖ ਸਕਦੇ ਕਿਉਂਕਿ ਦੁਬਈ ਇੱਕ ਜਗ੍ਹਾ ਦਾ ਨਾਮ ਹੈ। ਜੇ ਸਮੇਂ ਦੀ ਗੱਲ ਕੀਤੀ ਜਾਵੇ ਉੱਥੇ ਅਸੀਂ ਡਿਊਰਿੰਗ ਜਾਂ ਇਨ ਲਿਖ ਸਕਦੇ ਹਾਂ, ਦੋਨੋਂ ਚੀਜ਼ਾਂ ਲਿਖ ਸਕਦੇ ਹਾਂ। ਉਮੀਦ ਕਰਦੀ ਹਾਂ ਤੁਹਾਨੂੰ ਫਰਕ ਪਤਾ ਚੱਲ ਗਿਆ ਹੋਵੇਗਾ। ਦੁਬਈ ਇੱਕ ਜਗ੍ਹਾ ਦਾ ਨਾਮ ਹੈ, ਇਸ ਕਰਕੇ ਉਹਦੇ ਨਾਲ ਅਸੀਂ ਇਨ ਹੀ ਲਗਾਵਾਂਗੇ।
ਐਂਡ 2002 ਕਿਸੇ ਜਗ੍ਹਾ ਦਾ ਨਾਮ ਨਹੀਂ ਹੈ, ਟਾਈਮ ਦੀ ਗੱਲ ਹੈ, ਕਿਸੇ ਸਾਲ ਦੀ ਗੱਲ ਹੈ। ਇਸ ਕਰਕੇ ਇੱਥੇ ਅਸੀਂ ਚੇਂਜ ਕਰ ਸਕਦੇ ਹਾਂ। ਇਨ ਦੀ ਜਗ੍ਹਾ ਅਸੀਂ ਡਿਊਰਿੰਗ ਲਿਖ ਸਕਦੇ ਹਾਂ, ਔਰ ਡਿਊਰਿੰਗ ਦਾ ਈਅਰ ਵੀ ਲਿਖ ਸਕਦੇ ਹਾਂ, ਡਿਊਰਿੰਗ ਦਾ ਈਅਰ 2002। ਅਤੇ ਇਹ ਹੋ ਗਈ ਸਾਡੀ ਇੰਟਰੋਡਕਸ਼ਨ ਫਿਨਿਸ਼। ਇੰਟਰੋਡਕਸ਼ਨ ਦਾ ਪੈਰਾਗ੍ਰਾਫ ਸਾਡਾ ਇਸ ਤਰੀਕੇ ਨਾਲ ਬਣ ਗਿਆ ਇਸ ਗ੍ਰਾਫ ਦੇ ਲਈ, ਇਸ ਲਾਈਨ ਗ੍ਰਾਫ ਦੇ ਲਈ। ਹੁਣ ਜੇ ਇੰਟਰੋਡਕਸ਼ਨ ਤੋਂ ਬਾਅਦ ਪਹਿਲੇ ਬੋਡੀ ਪੈਰਾਗ੍ਰਾਫ ਦੀ ਗੱਲ ਕਰੀਏ ਤਾਂ ਫਿਰ ਉਹਦੇ ਵਿੱਚ ਹਮੇਸ਼ਾ ਤੁਸੀਂ ਯਾਦ ਰੱਖਣਾ ਹੈ ਕਿ ਅਸੀਂ ਸੁਪਰਲੇਟਿਵ ਡਿਗਰੀਜ਼ ਯੂਜ਼ ਕਰਨੀਆਂ ਹੀ ਕਰਨੀਆਂ ਆ। ਸੁਪਰਲੇਟਿਵ ਡਿਗਰੀਜ਼ ਕਿਹੜੀਆਂ ਆ? ਮੈਕਸਿਮਮ, ਲੀਸਟ, ਹਾਈਐਸਟ, ਲੋਐਸਟ, ਮਿਨੀਮਮ। ठीक है, ये डिग्रीज ऑफ एडजेक्टिव है। डिग्रीज ऑफ एडजेक्टिव की वीडियो भी पाई हुई है इस चैनल विच। जे तुहानू एडजेक्टिव दी डिग्रीज च थोड़ी जी भी कन्फ्यूजन है वो तुसी जरूर क्लीयर कर लो उस वीडियो नू देख के। हुण असी इत्थे स्टार्ट करते हैं। इत्थे की दिता होया, इधर असी दिता होया दुबई गोल्ड सेल्स 2002 ते असी की गल कर रहे हैं सब तो उच्ची और सब तो थल्ले वाली चीज़। हाईएस्ट की है? हाईएस्ट गोल्ड सेल्स है। मैक्सिमम गोल्ड सेल्स, मैक्सिमम हाईएस्ट का इक्को ही मतलब है, ठीक है। मैक्सिमम गोल्ड सेल्स कदों होईयां, मतलब किहड़े महीने विच होईयां, और सब तो घट गोल्ड सेल्स कदों होईयां, मतलब किहड़े महीने विच होईयां। हुण सब तो ज़्यादा गोल्ड सेल्स कदों होईयां किद्दां पता चलेगा सानू? इस फिगर तो। ये वाली जिहड़ी चीज़ हुंदी है ये साडी हुंदी है वाई एक्सिस। इहनूं असीं वाई एक्सिस कहंदे आ, जिथे असीं फिगर दित्ती हुंदी उन्हां ने। इहनूं असीं कहंदे एक्स एक्सिस, जिथे उन्हां ने टाइम दित्ता हुंदा, टाइम ड्यूरेशन दित्ता हुंदा, किहड़े टाइम दी गल करदे आ ओह, ठीक है। जां तां इत्थे ईयर्स दित्ते हुंदे वक्रे वक्रे, जां उन्होंने हुण जिद्दां इहदे विच असीं इन्हां ने दित्ता होया मंथ्स दित्ते होए इक्को साल दे। ते हुण असीं गल करांगे मैक्सिमम एंड लीस्ट दी। मैक्सिमम एंड लीस्ट सानू कित्थों पता चलदा है? वाई एक्सिस तो, ठीक है। वाई एक्सिस तो हुण इत्थे देखो ये 100 है, 100 मिलियन डिराम्स है, 200 मिलियन डिराम्स है, 300 मिलियन डिराम्स है, 400 मिलियन डिराम्स है। ये जिहड़ी लाइन है साडी सब तो उच्चे कित्थे जा रही है? इधर जा रही है। सब तो उच्ची फिगर ये है, ये साडा हाईएस्ट पॉइंट है, ठीक है। ये हाईएस्ट पॉइंट है, कितना है? 350, लगभग 350, अबाउट 350, अबाउट 350, ठीक है। अबाउट 350 है तो फिर ये साडा की है? हाईएस्ट, मतलब सब तो ज़्यादा गोल्ड सेल्स ਜਿਹੜੀਆਂ ਹੋਈਆਂ, गोल्ड की सेल हुई है ਜਿਹੜੀ ਉਹ ਕਿੱਥੇ ਹੋਈ ਹੈ, ਕਦੋਂ ਹੋਈ ਹੈ? ਮਾਰਚ ਦੇ ਮਹੀਨੇ ਵਿੱਚ। ਇੱਕੋ ਮਹੀਨੇ ਵਿੱਚ ਹੋਈ ਹੈ ਨਾ, ਇੱਕ ਮਹੀਨੇ ਵਿੱਚ ਹੋਈ ਹੈ। ਜੇ ਅਸੀਂ ਮਾਰਚ ਦਾ ਮਹੀਨਾ ਦੇਖੀਏ ਤੇ ਉੱਥੇ ਅਸੀਂ 350 ਦੇਖ ਸਕਦੇ ਕਿ 350 ਸਾਡੀ ਸੇਲ ਹੋਈ ਹੈ ਕਿਹਦੀ? ਗੋਲਡ ਦੀ। ਗੋਲਡ ਦੀ ਸੇਲ ਸਭ ਤੋਂ ਜ਼ਿਆਦਾ ਕਦੋਂ ਹੋਈ? ਮਾਰਚ ਵਿੱਚ। ਔਰ ਸਭ ਤੋਂ ਘੱਟ ਕਦੋਂ ਹੋਈ? ਹੁਣ ਇਹ ਤੁਸੀਂ 200 ਆ ਜਾਓ, 200 ਤੋਂ ਵੀ ਥੱਲੇ ਜਾ ਰਿਹਾ। ਦੇਖੋ ਇੱਧਰ ਇਹ ਨਾ ਦੋਨਾਂ ਤੋਂ ਥੱਲੇ ਕਿਤੇ ਨਹੀਂ ਜਾ ਰਿਹਾ, ਔਰ ਦੋਨੋਂ ਪਾਸੇ ਸੇਮ ਫਿਗਰ ਹੈ, ਸੇਮ ਪੁਆਇੰਟ ਹੈ, ਸੇਮ ਪੁਆਇੰਟ। ਹੁਣ ਇੱਥੇ ਵੀ ਸਾਡਾ ਸੇਮ ਹੈ, ਇੱਥੇ ਵੀ ਸਾਡਾ ਸੇਮ ਹੈ ਕਿੰਨਾ? ਇਹ 100 ਹੈ, ਇਹ 100 ਹੈ। 100 ਤੋਂ ਉੱਪਰ ਕਿੰਨਾ ਹੋ ਗਿਆ? ਲਗਭਗ 100, लगभग 100 ही कर लो तुसी, ठीक है। लगभग 100 बोल सकते हैं तुसी, अप्रॉक्सीमेटली 100 बोल सकते हैं। अप्रॉक्सीमेटली 100 मतलब सब तो ज़्यादा घट इत्थे है। तो लीस्ट सेल कित्थे हुई गोल्ड दी? जुलाई एंड सैप्टेंबर विच। इन्हां दोनों महीनों विच लीस्ट सेल हुई जुलाई विच ते सैप्टेंबर विच। ते सब तो ज़्यादा सेल कदों हुई? मार्च विच। उम्मीद करते हैं तुहानूं हाईएस्ट लीस्ट समझ लग गया किद्दां करीदा असीं। ਤੁਸੀਂ ਇੱਥੋਂ ਦੀ ਉਤਾਰ ਵੀ ਸਕਦੇ ਹੋ ਬੋਡੀ ਪੈਰਾਗ੍ਰਾਫ 1 ਆਪਣੀ ਨੋਟਬੁੱਕ ਵਿੱਚ, ਤਾਂ ਕਿ ਤੁਹਾਨੂੰ ਹੋਰ ਵੀ ਜ਼ਿਆਦਾ ਕਲੀਅਰ ਆਈਡੀਆ ਹੋ ਜਾਵੇ। ਹੁਣ ਇੱਥੇ ਤੁਸੀਂ ਦੇਖੋ, ਜਦੋਂ ਅਸੀਂ ਬੋਡੀ ਪੈਰਾਗ੍ਰਾਫ 1 ਸਟਾਰਟ ਕਰਨਾ, ਭਾਵੇਂ ਉਹ ਲਾਈਨ ਗ੍ਰਾਫ ਹੋ, ਬਾਰ ਗ੍ਰਾਫ ਹੋਵੇ, ਪਾਈ ਚਾਰਟ ਹੋਵੇ, ਟੇਬਲ ਹੋਵੇ, ਕੋਈ ਵੀ ਹੋਵੇ, ਉੱਥੇ ਅਸੀਂ ਇੱਦਾਂ ਹੀ ਲਿਖਣਾ ਹੈ, ਕਿਉਂਕਿ ਅਸੀਂ ਓਵਰਆਲ ਹੀ ਦੇਖਦੇ ਹਾਂ। ਓਵਰਆਲ ਦੇਖ ਕੇ ਕੰਪੈਰੀਜ਼ਨ ਕਰਕੇ ਤਾਂ ਹੀ ਅਸੀਂ ਸੁਪਰਲੇਟਿਵ ਡਿਗਰੀਜ਼ ਹੈ ਜਿਹੜੀਆਂ ਉਹ ਇਸਤੇਮਾਲ ਕਰਦੇ ਹਾਂ। ਇਸ ਕਰਕੇ ਤੁਸੀਂ ਇਹ ਚੀਜ਼ ਲਿਖਣੀ ਹੈ, ਲੁਕਿੰਗ ਫਰੋਮ ਐਨ ਓਵਰਆਲ ਪਰਸਪੈਕਟਿਵ, ਕੌਮਾ ਮਤਲਬ ਓਵਰਆਲ ਜੇ ਦੇਖਿਆ ਜਾਵੇ, ਕੌਮਾ ਇਟ ਇਜ਼ ਰੈਡਲੀ ਅਪੈਰੈਂਟ। ਰੈਡਲੀ ਮਤਲਬ ਇੱਕਦਮ ਨਾਲ, ਮਤਲਬ ਉਹਨੂੰ ਉਹ ਨਹੀਂ ਦੇਖਣਾ ਪੈਂਦਾ, ਬੜਾ ਧਿਆਨ ਨਾਲ ਨਹੀਂ ਦੇਖਣਾ ਪੈਂਦਾ, ਇੱਕਦਮ ਨਾਲ ਸਾਫ਼ ਬਿਲਕੁਲ ਸਾਫ਼ ਦਿਖਾਈ ਦਿੰਦਾ ਹੈ, ਕਲੀਅਰ ਹੈ। ਅਪੈਰੈਂਟ ਮਤਲਬ ਕਲੀਅਰ ਹੈ, ਅਪੈਰੈਂਟ ਕਲੀਅਰ ਹੈ ਦੈਟ ਦ ਮੈਕਸੀਮਮ ਸੇਲਸ। ਹੁਣ ਅੱਗੇ ਲਾਈਨ ਮੈਂ ਤੁਹਾਨੂੰ ਸਮਝਾ ਦਿੱਤੀ ਹੋਈ ਹੈ। ਅਗਲੀ ਵਾਲੀ ਜਿਹੜੀ ਲਾਈਨ ਹੈ ਦੈਟ ਤੋਂ ਬਾਅਦ ਉਹ ਸਾਡੇ ਗ੍ਰਾਫ ਦੇ ਉੱਤੇ ਡਿਪੈਂਡ ਕਰਦੀ ਹੈ ਕਿ ਗ੍ਰਾਫ ਵਿੱਚ ਮੈਕਸੀਮਮ ਔਰ ਲੀਸਟ ਕੀ ਹੈ, ਕਿੱਥੇ ਹੈ, ਠੀਕ ਹੈ। ਮੈਕਸੀਮਮ ਸੇਲਸ ਆਫ ਗੋਲਡ ਵਰ ਇਨ ਮਾਰਚ during the year 2002 in Dubai।
ਹੁਣ ਅਸੀਂ ਮੈਕਸੀਮਮ ਦਾ ਦੱਸਿਆ, ਹੁਣ ਅਸੀਂ ਕੀ ਕਰਾਂਗੇ, ਲੀਸਟ ਦਾ ਦੱਸਾਂਗੇ ਜਿਵੇਂ ਤੁਹਾਨੂੰ ਸਮਝਾਇਆ। ਠੀਕ ਹੈ, ਲੀਸਟ ਦਾ ਦੱਸਾਂਗੇ, ਫ਼ਰਕ ਪੈ ਗਿਆ। ਹੁਣ ਜਦੋਂ ਅਸੀਂ ਫ਼ਰਕ ਦੀ ਗੱਲ ਕਰਨੀ ਹੈ, ਮਤਲਬ ਪਹਿਲਾਂ ਹਾਈਐਸਟ ਦੀ ਗੱਲ ਕਰ ਰਹੇ ਹਾਂ, ਹੁਣ ਲੀਸਟ ਦੀ ਗੱਲ ਕਰ ਰਹੇ ਹਾਂ, ਅਤੇ ਫਿਰ ਮਤਲਬ ਅਸੀਂ ਇੱਦਾਂ ਦਾ ਕਨੈਕਟਰ ਯੂਜ਼ ਕਰਾਂਗੇ ਜਿਹੜੇ ਕੰਟਰਾਸਟ ਵਿੱਚ ਯੂਜ਼ ਹੁੰਦੇ ਆ। ਉਹ ਕਿਹੜਾ ਹੈ, ਹਾਊਐਵਰ ਕੋਮਾ ਦ ਲੀਸਟ ਸੇਲਸ ਵਰ ਇਨ ਜੁਲਾਈ ਐਂਡ ਸੈਪਟੈਂਬਰ। ਜਿਵੇਂ ਤੁਹਾਨੂੰ ਸਮਝਾਇਆ ਗਿਆ ਕਿ 2 ਮੰਥਸ ਵਿੱਚ ਸਾਡੀ ਲੀਸਟ ਸੀਗੀ ਸੇਲ, ਰਾਈਟ, ਇਸ ਗ੍ਰਾਫ ਵਿੱਚ, ਔਰ 1 ਮੰਥ ਵਿੱਚ ਸਾਡੀ ਮੈਕਸੀਮਮ ਸੇਲ ਸੀ। ਅਤੇ ਉਸ ਹਿਸਾਬ ਨਾਲ ਅਸੀਂ ਲਿਖ ਦਿੱਤਾ ਹਾਊਐਵਰ ਦ ਲੀਸਟ ਸੇਲਸ ਵਰ ਇਨ ਜੁਲਾਈ ਐਂਡ ਸੈਪਟੈਂਬਰ। ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਤੁਸੀਂ ਰਾਈਟਿੰਗ ਟਾਸਕ 1 ਵਿੱਚ ਹਰ ਸੈਂਟੈਂਸ ਨੂੰ ਕਨੈਕਟਰ ਦੇ ਨਾਲ ਸਟਾਰਟ ਕਰਨਾ ਹੈ, ਔਰ ਹਰ ਕਨੈਕਟਰ ਦੇ ਬਾਅਦ ਕੋਮਾ ਆਣਾ ਹੀ ਆਣਾ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਆਇਲਸ ਦਾ ਰਾਈਟਿੰਗ ਟਾਸਕ 1 ਲਿਖਣਾ ਹੁੰਦਾ ਹੈ। ਉਮੀਦ ਕਰਦੀ ਹਾਂ ਤੁਹਾਨੂੰ ਬੋਡੀ ਪੈਰਾਗ੍ਰਾਫ 1 ਚੰਗੀ ਤਰ੍ਹਾਂ ਨਾਲ ਸਮਝ ਆ ਗਿਆ ਹੋਵੇਗਾ। ਹੁਣ ਅਸੀਂ ਨੈਕਸਟ ਬੋਡੀ ਪੈਰਾਗ੍ਰਾਫ 'ਚ ਆ ਜਾਈਏ। ਪਹਿਲੇ ਬੋਡੀ ਪੈਰਾਗ੍ਰਾਫ ਵਿੱਚ ਸਾਡਾ ਓਵਰਆਲ ਹੋ ਗਿਆ। ਹੁਣ ਨੈਕਸਟ ਬੋਡੀ ਪੈਰਾਗ੍ਰਾਫ ਵਿੱਚ ਕੀ ਕਰਨਾ ਹੁੰਦਾ, ਨੈਕਸਟ 2 ਬੋਡੀ ਪੈਰਾਗ੍ਰਾਫਸ ਹੋਰ ਲਿਖਣੇ ਹੁੰਦੇ, ਅਤੇ ਉਹਦੇ ਵਿੱਚ ਕੀ ਕਰਨਾ ਹੁੰਦਾ, ਅਸੀਂ ਇੱਥੋਂ ਦੀ ਲੈ ਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀ ਲਾਈਨ ਨੂੰ ਡਿਸਕ੍ਰਾਈਬ ਕਰਨਾ ਹੁੰਦਾ, ਸਾਰੀ ਦੀ ਸਾਰੀ ਲਾਈਨ ਨੂੰ। ਹੁਣ ਇਸ ਗੱਲ ਦਾ ਯਾਦ ਰੱਖਿਓ ਹਮੇਸ਼ਾ, ਜਦੋਂ ਅਸੀਂ ਸਟਾਰਟਿੰਗ ਕਰੀਦੀ ਹੈ, ਪਹਿਲੀ ਲਾਈਨ ਜਦੋਂ ਲਿਖੀ ਦੀ ਹੁੰਦੀ ਹੈ ਇਸ ਲਾਈਨ ਨੂੰ ਡਿਸਕ੍ਰਾਈਬ ਕਰਨ ਲੱਗੇ, ਅਤੇ ਉਹਦੇ ਵਿੱਚ ਕੋਈ ਇਨਕਰੀਜ਼ ਨਹੀਂ ਆਉਂਦਾ, ਕੋਈ ਡਿਕਰੀਜ਼ ਨਹੀਂ ਆਉਂਦਾ, ਕੋਈ ਇੱਦਾਂ ਦਾ ਵਰਬ ਨਹੀਂ ਆਉਂਦਾ। ਕਿਉਂਕਿ ਕੋਈ ਵੀ ਚੀਜ਼ ਜਦੋਂ ਹੋਏਗੀ ਇਸ ਪੁਆਇੰਟ ਤੋਂ ਬਾਅਦ ਹੋਏਗੀ, ਜਾਂ ਤੇ ਇਹ ਵਧੇਗਾ ਜਾਂ ਘਟੇਗਾ, ਬਟ ਇਸ ਪੁਆਇੰਟ ਤੋਂ ਬਾਅਦ। ਔਰ ਪਹਿਲੇ ਪੁਆਇੰਟ ਵਿੱਚ ਕੁਝ ਨਹੀਂ ਹੁੰਦਾ, ਪਹਿਲੇ ਪੁਆਇੰਟ ਵਿੱਚ ਸਿਰਫ ਫਿਗਰ ਦੱਸੀ ਜਾਂਦੀ ਹੈ ਕਿ ਫਿਗਰ ਸੀ ਕਿੰਨੀ। ਠੀਕ ਹੈ, ਇਹਦੇ ਵਿੱਚ ਜਨਵਰੀ ਵਿੱਚ ਦੱਸਿਆ ਜਾ ਰਿਹਾ ਕਿ ਜਨਵਰੀ ਵਿੱਚ 골ਡ ਦੀ ਸੇਲ ਕਿੰਨੀ ਸੀ, 200 ਮਿਲੀਅਨ ਦਿਰਾਮਸ ਜਿਹੜਾ 골ਡ ਸੀ ਉਹ ਵਿਕਿਆ ਸੀ। ਕਦੋਂ, ਜਨਵਰੀ ਦੇ ਮਹੀਨੇ ਵਿੱਚ। ਇੱਥੇ ਫਿਰ ਇਹਦਾ ਮਤਲਬ ਕੋਈ ਇਨਕਰੀਜ਼ ਨਹੀਂ ਹੋਇਆ, ਡਿਕਰੀਜ਼ ਨਹੀਂ ਹੋਇਆ, ਹੈ ਨਾ, ਕੋਈ ਵਾਧਾ ਨਹੀਂ ਹੋਇਆ, ਕੋਈ ਘਟਿਆ ਨਹੀਂ, ਬਸ 골ਡ ਦੀ ਸੇਲ ਦੱਸੀ ਹੈ ਕਿ ਜਨਵਰੀ ਦੇ ਮਹੀਨੇ ਵਿੱਚ ਦੁਬਈ ਵਿੱਚ ਕਿੰਨੀ ਹੋਈ ਸੀਗੀ। ਇੱਦਾਂ ਹੀ ਹਰ ਲਾਈਨ ਗ੍ਰਾਫ ਵਿੱਚ ਹੁੰਦਾ ਹੈ। ਸਟਾਰਟਿੰਗ ਵਿੱਚ ਅਸੀਂ ਕੋਈ ਇਨਕਰੀਜ਼ ਕੋਈ ਡਿਕਰੀਜ਼ ਨਹੀਂ ਦੱਸਣਾ ਹੁੰਦਾ, ਅਸੀਂ ਸਿਰਫ ਫਿਗਰ ਮੈਂਸ਼ਨ ਕਰਨੀ ਹੁੰਦੀ ਹੈ। ਹੁਣ ਤੁਸੀਂ ਕਲੀਅਰਲੀ ਦੇਖ ਸਕਦੇ ਹੋ ਬੋਡੀ ਪੈਰਾਗ੍ਰਾਫ ਸੈਕਿੰਡ, ਉਹਦੀ ਪਹਿਲੀ ਲਾਈਨ ਕਿੱਦਾਂ ਲਿਖਣੀ ਹੈ। ਔਰ ਪਹਿਲੀ ਲਾਈਨ ਲਿਖਣ ਲੱਗੇ ਸਭ ਤੋਂ ਪਹਿਲਾਂ ਟੂ ਬਿਗਿਨ ਵਿਦ ਤੋਂ ਹੀ ਸ਼ੁਰੂ ਕਰਨਾ, ਇੱਦਾਂ ਹੀ ਲਿਖਣਾ ਹੈ। ਠੀਕ ਹੈ, ਇਹਨੂੰ ਯਾਦ ਕਰ ਲਓ। ਟੂ ਬਿਗਿਨ ਵਿਦ ਕੋਮਾ 200 ਮਿਲੀਅਨ ਦਿਰਾਮਸ ਫਿਗਰ ਲਿਖਣੀ ਸੀਗੀ, ਲਿਖਤੀ। ਕਿੰਨੀ ਹੈ ਉਹ ਅਸੀਂ ਦੇਖ ਲਓ, 200 ਤੋਂ ਸਟਾਰਟ ਹੋਈ ਹੈ ਸਾਡੀ ਲਾਈਨ, ਤੇ 200 ਲਿਖਾਂਗੇ। 200 ਮਿਲੀਅਨ ਦਿਰਾਮਸ ਕਿਹਦੇ, 골ਡ ਦੇ। ਦੇ ਦੀ ਇੰਗਲਿਸ਼ ਕੀ ਹੁੰਦੀ ਹੈ, ਆਫ। 200 ਮਿਲੀਅਨ ਦਿਰਾਮਸ ਆਫ 골ਡ, ਉਹਨੂੰ ਹੋਇਆ ਕਿ ਵੇਚਿਆ ਗਿਆ, ਵਰ ਸੋਲਡ। ਠੀਕ ਹੈ, ਵਰ ਕਿਉਂ ਆਇਆ, ਵਾਸ ਕਿਉਂ ਨਹੀਂ ਆਇਆ, ਕਿਉਂਕਿ ਦਿਰਾਮਸ ਹੈ, ਦਿਰਾਮਸ ਪਲੂਰਲ ਫਾਰਮ ਆ, ਇਸ ਕਰਕੇ ਵਰ ਆਇਆ। ਵਰ ਸੋਲਡ, ਉਹਨੂੰ ਵੇਚਿਆ ਗਿਆ, ਕਿੱਥੇ, ਕਦੋਂ ਵੇਚਿਆ ਗਿਆ, ਸੱਚ, ਜਨਵਰੀ ਵਿੱਚ। ਠੀਕ ਹੈ, ਪਹਿਲੇ ਮਹੀਨੇ ਵਿੱਚ। ਸਟੇਟਮੈਂਟ ਸਮਝ ਲੱਗ ਗਈ ਤੁਹਾਨੂੰ ਚੰਗੀ ਤਰ੍ਹਾਂ। 200 ਮਿਲੀਅਨ ਦਿਰਾਮਸ ਸੋਨੇ ਦਾ ਉਹਨੂੰ ਵੇਚਿਆ ਗਿਆ ਜਨਵਰੀ ਵਿੱਚ। ਹਾਂਜੀ, ਹੁਣ ਇੱਥੇ ਕੀ ਚੱਕਰ ਹੈ ਕਿ ਇੱਥੇ ਵਾਸ ਵਰ ਦੇ ਨਾਲ ਵਰਬ ਦੀ ਥਰਡ ਫਾਰਮ ਆਈ ਹੈ। ਇਹ ਹੈ ਕੀ ਹੈ, ਇਹ ਹੈ ਪੈਸਿਵ ਵੌਇਸ। ਪੈਸਿਵ ਵੌਇਸ ਦਾ ਮਤਲਬ ਹੁੰਦਾ ਗੱਲ ਘੁਮਾ ਕੇ ਕੀਤੀ ਜਾਵੇ। ਗੱਲ ਘੁਮਾ ਕੇ ਕਦੋਂ ਕੀਤੀ ਜਾਂਦੀ ਹੈ, ਜਦੋਂ ਸੈਂਟੈਂਸ ਉਹਦੇ ਨਾਲ ਸ਼ੁਰੂ ਹੋਵੇ ਜਿਹਦਾ ਆਪਣਾ ਕੋਈ ਵਜੂਦ ਨਾ ਹੋਵੇ। ਮਤਲਬ ਇੱਥੇ ਅਸੀਂ 골ਡ ਨੂੰ ਆਪ ਵੇਚਣਾ ਹੁੰਦਾ ਆ। 골ਡ ਆਪਣੇ ਆਪ ਤਾਂ ਨਹੀਂ ਵਿਕ ਜਾਂਦਾ, 골ਡ ਤਾਂ ਨਹੀਂ ਕੁਝ ਕਰਦਾ, 골ਡ ਇੱਦਾਂ ਤਾਂ ਨਹੀਂ ਕਰਦਾ ਮਾਰਕੀਟ ਵਿੱਚ ਜਾਂਦਾ ਅਤੇ ਕਹਿੰਦਾ ਕਿ ਵੀ ਮੈਨੂੰ ਲੈ ਲਾ, ਖਰੀਦ ਲੈ, ਇੱਦਾਂ ਨਹੀਂ ਨਾ ਹੁੰਦਾ। ਅਸੀਂ ਕਰਦੇ ਹਾਂ ਜੋ ਵੀ ਕਰਦੇ ਹਾਂ 골ਡ ਨਾਲ, ਅਸੀਂ ਹੀ ਵੇਚਣਾ 골ਡ ਨੂੰ। ਠੀਕ ਹੈ, ਅਤੇ ਫਿਰ ਇਸ ਕਰਕੇ ਸ਼ੁਰੂ ਕਿੱਥੋਂ ਹੋਇਆ ਸੈਂਟੈਂਸ, 골ਡ ਤੋਂ। ਸਾਡੀ ਤਾਂ ਗੱਲ ਹੀ ਨਹੀਂ ਹੋ ਰਹੀ ਵਿੱਚ, ਕਿਉਂਕਿ ਸਾਡੀ ਗੱਲ ਨਹੀਂ ਹੋ ਰਹੀ, ਜਿਹੜਾ ਬੰਦਾ ਕੰਮ ਕਰਦਾ ਉਹਦੀ ਗੱਲ ਨਹੀਂ ਕੀਤੀ ਜਾ ਰਹੀ। ਠੀਕ ਹੈ, ਅਤੇ ਜਿਹਦੇ ਨਾਲ ਕੰਮ ਹੋ ਰਿਹਾ ਉਹਦੀ ਗੱਲ ਕੀਤੀ ਜਾ ਰਹੀ ਹੈ, ਉਹ ਤੋਂ ਸੈਂਟੈਂਸ ਸਟਾਰਟ ਹੋ ਰਿਹਾ। ਉਹ ਗੱਲ ਉਹਨੂੰ ਕਹਿੰਦੇ ਆ ਘੁਮਾ ਕੇ ਗੱਲ ਕਰਨਾ, ਅਤੇ ਉਹਨੂੰ ਕਹਿੰਦੇ ਆ ਇੰਗਲਿਸ਼ ਵਿੱਚ ਪੈਸਿਵ ਵੌਇਸ। ਔਰ ਪੈਸਿਵ ਵੌਇਸ ਸਿੰਪਲ ਪਾਸਟ ਟੈਂਸ, ਕਿਉਂਕਿ ਇਹ ਸਾਡਾ ਸਿੰਪਲ ਪਾਸਟ ਟੈਂਸ ਦਾ ਆ। ਹੁਣ ਸਿੰਪਲ ਪਾਸਟ ਟੈਂਸ ਦਾ ਟਾਸਕ ਕਿਉਂ ਆ, ਕਿਉਂਕਿ ਜੀ ਇਹ 2002 ਦੀ ਗੱਲ ਹੋ ਰਹੀ ਹੈ, ਪਾਸਟ ਦੀ ਗੱਲ ਹੋ ਰਹੀ ਹੈ ਨਾ। ਅਤੇ ਸਿੰਪਲ ਪਾਸਟ ਟੈਂਸ ਵਿੱਚ ਜਦੋਂ ਪੈਸਿਵ ਵੌਇਸ ਦੀ ਗੱਲ ਹੋਵੇ ਤੇ ਯਾਦ ਰੱਖਿਓ ਕਿ ਵਾਸ ਵਰ ਆਉਣਾ ਆ ਅਤੇ ਵਰਬ ਦੀ ਥਰਡ ਫਾਰਮ ਆਉਣੀ ਹੈ। ਇਸ ਕਰਕੇ ਇੱਥੇ ਵਰ ਸੋਲਡ ਇਨ ਜਨਵਰੀ ਆਇਆ, ਕੱਲਾ ਸੋਲਡ ਇਨ ਜਨਵਰੀ ਨਹੀਂ ਆਇਆ। ਹੁਣ ਅਸੀਂ ਗੱਲ ਕਰਦੇ ਅਗਲੀ ਲਾਈਨ ਦੀ ਕਿ ਹੋਇਆ ਕੀ ਇਸ ਨੂੰ।
ਜਦੋਂ ਦੁਬਈ ਵਿੱਚ 200 ਜਿਹੜੀ ਆ ਗੋਲਡ ਸੇਲ ਹੋਈ ਹੈ, 200 ਮਿਲੀਅਨ ਦਿਰਾਮ ਗੋਲਡ ਦੀ ਸੇਲ ਹੋਈ ਹੈ ਜਨਵਰੀ ਵਿੱਚ। ਉਸ ਤੋਂ ਬਾਅਦ ਸੇਲ ਨੂੰ ਕੀ ਹੋਇਆ, ਸੇਲ ਨੂੰ ਹੋਇਆ ਜੋ ਹੋਇਆ, ਠੀਕ ਹੈ। ਸੇਲ ਵਧੀ ਜਾਂ ਘਟੀ। ਹੁਣ ਕਈ ਬੱਚੇ ਕੀ ਕਰਦੇ ਆ, ਇੱਥੋਂ ਦੀ ਲੈ ਕੇ ਇੱਥੇ ਤੱਕ ਲਿਖ ਦੇਣਾ, ਫਿਰ ਇੱਥੋਂ ਦੀ ਲੈ ਕੇ ਇੱਥੇ ਤੱਕ ਲਿਖ ਦੇਣਾ, ਬਟ ਹੈ ਤਾਂ ਇਹ ਇੱਕੋ ਚੀਜ਼ ਨਾ, ਹੈ ਤਾਂ ਇਨਕਰੀਜ਼। ਤੇ ਫਿਰ ਅਸੀਂ ਇੱਥੇ ਤੱਕ ਨਹੀਂ ਲਿਖਣਾ, ਅਸੀਂ ਇੱਥੋਂ ਦੀ ਲੈ ਕੇ ਇੱਥੇ ਤੱਕ ਲਿਖਣਾ, ਠੀਕ ਹੈ, ਵਿੱਚ ਨਹੀਂ ਰੁਕਣਾ। ਅਸੀਂ ਇੱਕੋ ਸੈਂਟੈਂਸ ਇੱਧਰੋਂ ਦੀ ਜਾ ਕੇ ਮਾਰਚ ਤੱਕ ਕਰਨਾ ਹੈ ਕੰਪਲੀਟ, ਕਿਉਂਕਿ ਇੱਥੋਂ ਦੀ ਲੈ ਕੇ ਇੱਥੇ ਤੱਕ ਇਨਕਰੀਜ਼ ਹੀ ਹੋਇਆ। ਇਹ ਨਹੀਂ ਕਿ ਇੱਕ ਪਾਸੇ ਡਿਕਰੀਜ਼ ਹੋ ਗਿਆ ਫਿਰ ਇਨਕਰੀਜ਼ ਹੋ ਗਿਆ। ਜਿੱਥੇ ਫਰਕ ਆਏਗਾ ਉੱਥੇ ਅਸੀਂ ਦੋ ਸੈਂਟੈਂਸ ਬਣਾਉਣੇ ਆ, ਜਿੱਥੇ ਫਰਕ ਹੀ ਨਹੀਂ ਹੈ ਉੱਥੇ ਅਸੀਂ ਇੱਕੋ ਹੀ ਸੈਂਟੈਂਸ ਬਣਾਉਣਾ ਹੈ, ਠੀਕ ਹੈ। ਤੇ ਹੁਣ ਸੈਂਟੈਂਸ ਅਸੀਂ ਕਿੱਦਾਂ ਸ਼ੁਰੂ ਕਰਨਾ ਹੈ, ਜਾਂ ਫਿਰ ਦਾ ਫਿਗਰ ਤੋਂ ਸ਼ੁਰੂ ਕਰ ਦੇਣਾ। ਕਨੈਕਟਰ ਤਾਂ ਅਸੀਂ ਲਗਾਣਾ ਹੀ ਲਗਾਣਾ ਹੈ, ਠੀਕ ਹੈ। ਜਾਂ ਤੇ ਅਸੀਂ ਫਿਗਰ ਲਿਖਣਾ ਹੈ ਜਾਂ ਅਸੀਂ ਸੇਲ ਲਿਖ ਦੇਣਾ, ਕਿਉਂਕਿ ਸੇਲ ਦੀ ਗੱਲ ਹੋ ਰਹੀ ਹੈ ਨਾ, ਤੇ ਫਿਰ ਜਾਂ ਤਾਂ ਫਿਰ ਸੇਲ ਲਿਖ ਸਕਦੇ ਹਾਂ ਜਾਂ ਫਿਗਰ ਲਿਖ ਸਕਦੇ ਹਾਂ। ਫਿਗਰ ਹੈ, ਫਿਗਰ ਕਿਹਦੀ ਹੈ, ਸੇਲ ਦੀ ਹੈ, ਠੀਕ ਹੈ। ਦਾ ਫਿਗਰ, ਫਿਗਰ ਨੂੰ ਕੀ ਹੋਇਆ, ਹੁਣ ਵਰਬ ਅਸੀਂ ਲਿਖਾਂਗੇ ਇਨਕਰੀਜ਼ਡ। ਦਾ ਫਿਗਰ ਇਨਕਰੀਜ਼ਡ ਕਿੱਦਾਂ, ਹੁਣ ਇਹ ਸਾਡਾ ਨਾ, ਮੈਂ ਤੁਹਾਨੂੰ ਲਾਈਨ ਸਮਝਾ ਦਾਂਗੀ ਪੀਕ ਪੁਆਇੰਟ ਦੀ। ਪੀਕ ਪੁਆਇੰਟ ਦੀ ਲਾਈਨ ਤੁਸੀਂ ਚੰਗੀ ਤਰ੍ਹਾਂ ਨਾਲ ਸਮਝ ਲਓ, ਠੀਕ ਹੈ। ਲਾਈਨ ਗ੍ਰਾਫਸ 'ਚ ਯੂਜ਼ ਕਰਨੀ ਪੈ ਜਾਂਦੀ ਹੈ, ਕਈ ਵਾਰੀ ਯੂਜ਼ ਕਰਨੀ ਪੈਂਦੀ ਹੈ, ਤੇ ਉਹ ਪੀਕ ਪੁਆਇੰਟ ਦੀ ਤੁਹਾਨੂੰ ਲਾਈਨ ਸਮਝ ਆਣੀ ਚਾਹੀਦੀ ਹੈ, ਠੀਕ ਹੈ। ਪੀਕ ਪੁਆਇੰਟ ਦੀ ਜਿਹੜੀ ਲਾਈਨ, ਪਹਿਲੀ ਗੱਲ ਤਾਂ ਪੀਕ ਪੁਆਇੰਟ ਹੁੰਦਾ ਕੀ ਹੈ, ਪੀਕ ਪੁਆਇੰਟ ਹੁੰਦਾ ਹਾਈਐਸਟ ਪੁਆਇੰਟ। ਇੱਥੇ ਸਾਡਾ ਹਾਈਐਸਟ ਪੁਆਇੰਟ, ਪਹਿਲਾਂ ਵੀ ਅਸੀਂ ਗੱਲ ਕੀਤੀ ਕਿ ਹਾਈਐਸਟ ਪੁਆਇੰਟ ਸਾਡਾ ਇਹ ਹੈ, ਠੀਕ ਹੈ। ਇਹਨੂੰ ਅਸੀਂ ਪੀਕ ਪੁਆਇੰਟ ਕਹਿੰਦੇ ਆ। ਤੇ ਪੀਕ ਪੁਆਇੰਟ ਦੀ ਲਾਈਨ ਕਿੱਦਾਂ ਲਿਖੀ ਦੀ ਹੈ ਉਹ ਮੈਂ ਤੁਹਾਨੂੰ ਸਮਝਾਉਂਦੀ ਹਾਂ, ਲਿਖ ਕੇ ਮੈਂ ਤੁਹਾਨੂੰ ਦਿਖਾਉਂਦੀ ਹਾਂ, ਫਿਰ ਮੈਂ ਤੁਹਾਨੂੰ ਸਮਝਾਉਂਦੀ ਹਾਂ, ਠੀਕ ਹੈ ਜੀ। ਓਕੇ, ਹੁਣ ਇਹ ਕੀ ਹੋਇਆ, ਇਹ ਇਨਕਰੀਜ਼ ਹੋਈ, ਠੀਕ ਹੈ। ਸੇਲ ਹੈ, ਫਿਗਰ ਹੈ ਜਿਹੜੀ, ਉਹ ਇਨਕਰੀਜ਼ ਹੋਈ ਤੇ ਪਹੁੰਚ ਗਈ, ਐਂਡ ਰੀਚਡ, ਤੇ ਪਹੁੰਚ ਗਈ, ਕਿੱਥੇ ਪਹੁੰਚ ਗਈ, ਪੀਕ ਪੁਆਇੰਟ, ਐਂਡ ਰੀਚਡ ਦਾ ਪੀਕ ਪੁਆਇੰਟ। ਪੀਕ ਪੁਆਇੰਟ ਕਿੰਨਾ ਆ, ਆਫ 350, ਠੀਕ ਹੈ। 350 ਮਿਲੀਅਨ ਦਿਰਾਮਸ ਦਾ ਪੀਕ ਪੁਆਇੰਟ ਆ। ਕਦੋਂ ਪਹੁੰਚੀ, ਇਨ ਮਾਰਚ। ਇਦਾਂ ਸੈਂਟੈਂਸ ਬਣਦਾ ਹੈ। ਹੁਣ ਮੈਂ ਤੁਹਾਨੂੰ ਅੱਗੇ ਸਮਝਾਉਂਦੀ ਹਾਂ। ਹੁਣ ਤੁਸੀਂ ਇਹ ਸਟੇਟਮੈਂਟ ਤੋਂ ਦੇਖ ਕੇ ਸਮਝੋ ਜਿਹੜੀ ਲਿਖੀ ਹੋਈ ਹੈ। ਹਾਊਐਵਰ, ਕਨੈਕਟਰ ਕਿਉਂਕਿ ਲਗਾਣਾ ਹੀ ਲਗਾਣਾ ਹੈ ਅਸੀਂ, ਠੀਕ ਹੈ। ਹਾਊਐਵਰ ਕੌਮਾ, ਦ ਫਿਗਰ ਇਨਕਰੀਜ਼ਡ, ਫਿਗਰ ਵਧੀ, ਠੀਕ ਹੈ। ਫਿਗਰ ਨੂੰ ਕੀ ਹੋਇਆ, ਵੱਧ ਗਈ, ਕੁਝ ਹੋਇਆ, ਵੱਧ ਗਈ। ਐਂਡ ਰੀਚਡ, ਔਰ ਪਹੁੰਚ ਗਈ ਕਿੱਥੇ, ਪੀਕ ਪੁਆਇੰਟ ਤੇ। ਪੀਕ ਪੁਆਇੰਟ ਤੇ ਪਹੁੰਚਣਾ ਹੁੰਦਾ ਆ, ਮਤਲਬ ਰੀਚਡ ਵਰਡ ਯੂਜ਼ ਕਰਨਾ ਹੀ ਕਰਨਾ ਕੰਪਲਸਰੀ ਹੈ, ਠੀਕ ਹੈ। ਇਹ ਸੈਂਟੈਂਸ ਤੁਸੀਂ ਯਾਦ ਕਰ ਲਓ, ਮਤਲਬ ਡੈਸ਼ ਇਨਕਰੀਜ਼ਡ ਐਂਡ ਰੀਚਡ ਦਾ ਪੀਕ ਪੁਆਇੰਟ, ਇੰਨਾ ਤੁਸੀਂ ਯਾਦ ਕਰ ਲਓ। ਆਫ ਤੋਂ ਬਾਅਦ ਅਸੀਂ ਫਿਗਰ ਲਿਖਣੀ ਹੁੰਦੀ ਆ ਜਿਹੜੀ ਵਾਈ ਐਕਸਿਸ ਤੇ ਹੁੰਦੀ ਆ। ਸਾਡੀ ਫਿਗਰ ਕਿਹੜੀ, ਪੀਕ ਪੁਆਇੰਟ, ਸਾਡਾ ਪੀਕ ਪੁਆਇੰਟ ਕਿਹੜਾ ਆ, 350 ਮਿਲੀਅਨ ਦਿਰਾਮਸ ਦਾ ਆ ਅਪਰੋਕਸੀਮੇਟਲੀ, ਠੀਕ ਹੈ। ਆਫ ਅਬਾਊਟ 350 ਮਿਲੀਅਨ ਦਿਰਾਮਸ, ਆਫ ਪ੍ਰੈਪੋਜੀਸ਼ਨ ਤੁਸੀਂ ਲਗਾਉਣੀ ਆ ਫਿਗਰ ਦੇ ਨਾਲ, ਔਰ ਥੱਲੇ ਵਾਲੇ ਨਾਲ ਕੀ ਲਗਾਉਣੀ ਹੈ ਪ੍ਰੈਪੋਜੀਸ਼ਨ, ਇਨ ਮਾਰਚ, ਕਿਉਂਕਿ ਇੱਕ ਮਹੀਨੇ ਵਿੱਚ ਪਹੁੰਚੀ ਹੈ, ਮਤਲਬ ਇੱਕੋ ਮਹੀਨੇ ਵਿੱਚ ਪੀਕ ਪੁਆਇੰਟ ਹੋਏਗਾ ਨਾ, ਇੱਕੋ ਮਹੀਨੇ 'ਚ ਹਾਈਐਸਟ ਪੁਆਇੰਟ ਹੋਏਗਾ, ਤੇ ਉਸ ਮਹੀਨੇ ਵਿੱਚ ਪੀਕ ਪੁਆਇੰਟ ਤੇ ਪਹੁੰਚ ਗਈ। ਵਿੱਚ ਦਾ ਮਤਲਬ ਇਨ, ਠੀਕ ਹੈ। ਪੀਕ ਪੁਆਇੰਟ ਕਿੰਨਾ ਆ, ਆਫ, ਮਤਲਬ 350 ਮਿਲੀਅਨ ਦਿਰਾਮਸ ਦਾ ਦੀ ਇੰਗਲਿਸ਼ ਆਫ। However, the figure increased and reached the peak point of about 350 million dirhams in March. ਹੁਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ, ਜੇ ਇਨਕਰੀਜ਼ ਹੈ ਤਾਂ ਅਸੀਂ ਦੇਖਣਾ ਕਿੱਥੇ ਤੱਕ ਇਨਕਰੀਜ਼ ਹੈ, ਇੱਥੇ ਤੱਕ ਇਨਕਰੀਜ਼ ਹੈ। ਹੁਣ ਇਸ ਤੋਂ ਬਾਅਦ ਕੀ ਹੋ ਰਿਹਾ, ਡਿਕਰੀਜ਼ ਹੋ ਰਿਹਾ, ਕਿੱਥੇ ਤੱਕ, ਇੱਥੇ ਤੱਕ ਨਹੀਂ ਹੋ ਰਿਹਾ, ਨਾ ਇੱਥੇ ਤੱਕ, ਨਾ ਇੱਥੇ ਤੱਕ, ਇੱਥੇ ਤੱਕ ਹੋ ਰਿਹਾ, ਠੀਕ ਹੈ। ਲਗਾਤਾਰ ਡਿਕਰੀਜ਼ ਹੋਇਆ, ਕਦੋਂ ਤੱਕ, ਇੱਥੇ ਤੱਕ, ਠੀਕ ਹੈ। ਫਿਰ ਸਾਡੀ ਨੈਕਸਟ ਲਾਈਨ ਇੱਥੋਂ ਦੀ ਲੈ ਕੇ ਇੱਥੇ ਤੱਕ ਆਏਗੀ, ਜੁਲਾਈ ਤੱਕ, ਠੀਕ ਹੈ। ਤੇ ਮਤਲਬ ਇਹ ਤੇਜ਼ੀ ਨਾਲ ਡਿਕਰੀਜ਼ ਹੋਇਆ, ਵੈਸੇ ਵੀ ਤੇਜ਼ੀ ਨਾਲ ਜਾਂ ਹੌਲੀ ਹੌਲੀ ਡਿਕਰੀਜ਼ ਹੋਣਾ ਜਾਂ ਇਨਕਰੀਜ਼ ਹੋਣਾ, ਉਹ ਕਿੱਦਾਂ ਪਤਾ ਚੱਲਦਾ ਹੈ, ਉਹ ਵੀ ਫਿਗਰ ਤੋਂ ਪਤਾ ਚੱਲਦਾ ਹੈ। ਫੋਰ ਐਗਜ਼ਾਮਪਲ 300 ਤੋਂ ਵੀ ਵੱਧ ਹੈ, 350 ਹੈ, 350 ਤੋਂ ਸਿੱਧਾ ਇਹ ਆ ਗਿਆ 100 ਤੱਕ, ਠੀਕ ਹੈ। ਜੁਲਾਈ ਵਿੱਚ 350 ਲੈ ਕੇ 100 ਤੱਕ ਆ ਗਿਆ, ਮਤਲਬ ਇਹ ਤੇਜ਼ੀ ਨਾਲ ਹੋਇਆ ਜੋ ਵੀ ਹੋਇਆ, ਠੀਕ ਹੈ। ਸਿਗਨੀਫੀਕੈਂਟਲੀ, ਡਰਾਸਟਿਕਲੀ, ਡਰਾਮੈਟਿਕਲੀ, ਇਹ ਸਾਰੇ ਸਿਨੋਨਿਮਸ ਹੁੰਦੇ ਜਿਹੜੇ ਅਸੀਂ ਯਾਦ ਕਰਨੇ ਹੁੰਦੇ, ਰੱਟੇ ਮਾਰਨੇ ਹੁੰਦੇ, ਤਾਂ ਕਿ ਸਾਨੂੰ ਜਦੋਂ ਅਸੀਂ ਲਿਖਦੇ ਹਾਂ ਤੇ ਕੋਈ ਵੀ ਸਿਨੋਨਿਮ ਸਾਡਾ ਰਿਪੀਟ ਨਾ ਕਰੇ, ਠੀਕ ਹੈ ਜੀ। ਫਿਰ ਇੱਥੋਂ ਦੀ ਲੈ ਕੇ ਇੱਥੇ ਤੱਕ ਕੀ ਹੋਇਆ, ਡਿਕਰੀਜ਼ ਹੋਇਆ, ਔਰ ਕਿੱਦਾਂ ਹੋਇਆ, ਤੇਜ਼ੀ ਨਾਲ ਡਿਕਰੀਜ਼ ਹੋਇਆ। ਹੁਣ ਦੇਖੋ ਕਿੱਦਾਂ ਲਿਖਣਾ ਸੈਂਟੈਂਸ। ਇੰਟਰਸਟਿੰਗਲੀ, ਅਗੇਨ ਕਨੈਕਟਰ ਹੈ ਇਹ, ਇੰਟਰਸਟਿੰਗਲੀ ਕੌਮਾ, ਇਟ ਡਰੋਪਡ ਸਿਗਨੀਫੀਕੈਂਟਲੀ। ਪਹਿਲਾਂ ਅਸੀਂ ਦਾ ਫਿਗਰ ਲਿਖਿਆ ਸੀ, ਹੁਣ ਦਾ ਫਿਗਰ ਦੀ ਜਗ੍ਹਾ ਅਸੀਂ ਕਿਹੜਾ ਪ੍ਰੋਨਾਊਨ ਯੂਜ਼ ਕਰ ਦਿੱਤਾ, ਇਟ, ਠੀਕ ਹੈ। ਸਭ ਤੋਂ ਪਹਿਲਾਂ ਅਸੀਂ ਅਮਾਊਂਟ ਲਿਖਿਆ ਸੀਗਾ,
ਉਸ ਤੋਂ ਬਾਅਦ ਅਸੀਂ ਦਾ ਫਿਗਰ ਲਿਖਿਆ। ਅਗਲੇ ਸੈਂਟੈਂਸ ਵਿੱਚ ਹੁਣ ਅਸੀਂ ਦਾ ਫਿਗਰ ਦੀ ਜਗ੍ਹਾ ਇਟ ਲਗਾ ਦਿੱਤਾ। ਇਟ ਡਰੋਪਡ ਸਿਗਨੀਫੀਕੈਂਟਲੀ, ਇਹ ਡਿਕਲਾਈਨਡ ਦਾ ਸਿਨੋਨਿਮ ਹੈ ਡਰੋਪਡ, ਠੀਕ ਹੈ। ਇਟ ਡਰੋਪਡ ਸਿਗਨੀਫੀਕੈਂਟਲੀ, ਤੇਜ਼ੀ ਨਾਲ। ਫਿਗਰ ਤੋਂ ਪਹਿਲਾਂ ਕਿਹੜੀ ਪ੍ਰੈਪੋਜੀਸ਼ਨ ਆਏਗੀ? ਟੂ। ਸਿਰਫ ਪੀਕ ਪੁਆਇੰਟ ਔਰ ਪਲੇਟੋ ਵਾਲੇ ਸੈਂਟੈਂਸ ਵਿੱਚ ਫਿਗਰ ਤੋਂ ਪਹਿਲਾਂ ਪ੍ਰੈਪੋਜੀਸ਼ਨ ਆਫ ਆਏਗੀ। ਪ੍ਰੈਪੋਜੀਸ਼ਨ ਦੀ ਵੀ ਇੱਕ ਵੀਡੀਓ ਪਾਈ ਹੋਈ ਹੈ ਇਸ ਚੈਨਲ ਵਿੱਚ, ਉਹਨੂੰ ਜ਼ਰੂਰ ਦੇਖੋ। ਜੇ ਤੁਹਾਨੂੰ ਥੋੜ੍ਹਾ ਜਿਹਾ ਵੀ ਡਾਊਟ ਹੋਏਗਾ ਨਾ ਪ੍ਰੈਪੋਜੀਸ਼ਨ ਨੂੰ ਲੈ ਕੇ, ਸਾਰੇ ਡਾਊਟ ਤੁਹਾਡੇ ਕਲੀਅਰ ਹੋ ਜਾਣਗੇ। ਪੂਰੀ ਚੰਗੀ ਤਰ੍ਹਾਂ ਨਾਲ ਤੁਹਾਨੂੰ ਸਮਝ ਲੱਗ ਜਾਏਗੀ ਪ੍ਰੈਪੋਜੀਸ਼ਨਸ ਕਿੱਥੇ ਕਿਹੜੀ ਲਗਾਉਣੀ ਆ। ਉਹ ਹੈ ਹੀ ਖਾਸ ਤੌਰ 'ਤੇ ਪ੍ਰੈਪੋਜੀਸ਼ਨਸ ਦੇ ਉੱਤੇ ਵੀਡੀਓ, ਉਹ ਜ਼ਰੂਰ ਦੇਖੋ। ਇੱਕ ਵਾਰੀ ਫਿਰ ਪੜ੍ਹ ਲਈਏ ਸੈਂਟੈਂਸ ਨੂੰ। Interestingly, it dropped significantly to about 100 million dirhams by July। 100 million dirhams क्यों लिखा? क्योंकि उत्थे असी रुके हैं, ठीक है। वो फिगर ते 100 मिलियन डिराम्स जुलाई तक साडा डिक्रीज़ होया, इस करके असी वो वाली फिगर लिखांगे जुलाई वाली, वो 100 मिलियन डिराम्स आ। जुलाई तो पहला प्रैपोजिशन बाय क्यों यूज़ की गई है और 100 मिलियन डिराम्स तो पहला प्रैपोजिशन टू क्यों यूज़ की जा रही है? मैं तुहानू दोबारा कहनी हाँ कि वो तुहानू नॉलेज जिहड़ी प्रैपोजिशन की डिटेल्ड नॉलेज है वो तुहानू प्रैपोजिशनस की वीडियो तो मिल जाएगी। जे तुहानू जरा जा भी डाउट है वो सारे का सारा डाउट क्लीयर हो जाएगा। ਹੁਣ ਨੈਕਸਟ ਲਾਈਨ ਦੇਖੋ ਜੀ। ਨੈਕਸਟ ਲਾਈਨ ਵਿੱਚ ਜੇ ਇਨਕਰੀਜ਼ ਹੋਇਆ ਫਿਰ ਨਾਲ ਹੀ ਡਿਕਰੀਜ਼ ਹੋ ਗਿਆ, ਤੇ ਫਿਰ ਅਸੀਂ ਬਾਰ-ਬਾਰ ਇਨਕਰੀਜ਼ ਡਿਕਰੀਜ਼ ਲਿਖੀ ਜਾਵਾਂਗੇ ਵੱਖਰੀਆਂ ਲਾਈਨਾਂ ਬਣਾ ਕੇ, ਉਹ ਵੀ ਵਧੀਆ ਨਹੀਂ ਲੱਗਦਾ। ਆਇਲਸ ਰਾਈਟਿੰਗ ਵਿੱਚ ਬਹੁਤ ਜ਼ਿਆਦਾ ਵੇਰੀਏਸ਼ਨ ਦੀ ਲੋੜ ਹੁੰਦੀ ਹੈ। ਸੈਂਟੈਂਸਿਸ ਨੂੰ ਵੀ ਵੱਖਰੇ ਤਰੀਕੇ ਨਾਲ ਲਿਖਣਾ ਹੁੰਦਾ ਹੈ ਤੇ ਵਰਡਸ ਨੂੰ ਵੀ ਉਹਦੇ ਵੀ ਸਿਨੋਨਿਮਸ ਲਿਖਣੇ ਹੁੰਦੇ। ਵੈਰਾਈਟੀ ਅਸੀਂ ਪ੍ਰੋਡਿਊਸ ਕਰਨੀ ਹੁੰਦੀ ਹੈ ਜ਼ਿਆਦਾ ਤੋਂ ਜ਼ਿਆਦਾ। ਤੇ ਹੁਣ ਇਹਦੇ ਵਿੱਚ ਅਸੀਂ ਦੇਖੀਏ ਇਨਕਰੀਜ਼ ਹੋਇਆ ਡਿਕਰੀਜ਼ ਹੋਇਆ, ਮਤਲਬ ਇਹ ਦੋ ਲਾਈਨਾਂ ਨੂੰ ਇੱਕ ਲਾਈਨ ਵਿੱਚ ਮਰਜਿਨ ਕਿੱਦਾਂ ਕਰਨਾ ਹੈ? ਜਾਂ ਤੇ ਫੋਲੋਇੰਗ ਕਨੈਕਟਰ ਲਗਾ ਕੇ ਜਾਂ ਆਫਟਰ ਕਨੈਕਟਰ ਲਗਾ ਕੇ। ਮੈਂ ਤੁਹਾਨੂੰ ਸਮਝਾਉਂਦੀ ਹਾਂ ਹੁਣ। ਫੋਲੋਇੰਗ ਲਗਾ ਕੇ ਜਾਂ ਆਫਟਰ ਲਗਾ ਕੇ ਅਸੀਂ ਕਿਵੇਂ ਦੋ ਲਾਈਨਾਂ ਨੂੰ ਇੱਕ ਲਾਈਨ ਵਿੱਚ ਮਰਜਿਨ ਕਰਨਾ ਹੈ। ਹੁਣ ਅਸੀਂ ਇਸ ਲਾਈਨ ਤੋਂ ਸਮਝ ਸਕਦੇ ਹਾਂ ਫੋਲੋਇੰਗ ਤੋਂ ਸੈਂਟੈਂਸ ਸਟਾਰਟ ਕਰਨਾ, ਫੋਲੋਇੰਗ ਤੋਂ ਜਾਂ ਫਿਰ ਆਫਟਰ ਤੋਂ। ਆਫਟਰ ਵੀ ਲਿਖ ਸਕਦੇ ਫੋਲੋਇੰਗ ਦੀ ਜਗ੍ਹਾ ਤੇ, ਸੇਮ ਸੈਂਸ ਹੋਏਗੀ, ਬਸ ਵਰਡ ਡਿਫਰ ਹੋ ਜਾਏਗਾ, ਠੀਕ ਹੈ। ਫੋਲੋਇੰਗ ਅ ਕਲਾइंब मतलब एक पोर्शन सेंटेंस का खत्म हो गया। राइज के बारे इनक्रीज बारे असी दसता। फॉलोइंग अ क्लाइंब कॉमा इट ड्रॉप टू द सेम फिगर। हुण सेम फिगर क्यों लिखा? क्योंकि हाले पिछले ही सेंटेंस में असी जुलाई तक की गल की सी और जुलाई तक की फिगर असी दसती सी 100 मिलियन डिराम्स, और सितंबर में भी 100 मिलियन डिराम्स तक ही गल खत्म हो रही है, मतलब हो गई सेम फिगर, एकदम सेम फिगर हो गई। दैट्स वाई असी सेम फिगर की गल की इत्थे। It dropped to the same figure up to September तक। ਹੁਣ ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ। ਫੋਲੋਇੰਗ ਜਾਂ ਆਫਟਰ ਕਨੈਕਟਰ ਲਗਾ ਕੇ ਸਹੀ ਜਗ੍ਹਾ ਤੇ ਕੋਮਾ ਪਾ ਕੇ ਇਹ ਦੋ ਚੀਜ਼ਾਂ ਕਰਕੇ ਅਸੀਂ ਦੋ ਸੈਂਟੈਂਸਸ ਨੂੰ ਇੱਕ ਸੈਂਟੈਂਸ ਇਸ ਤਰੀਕੇ ਨਾਲ ਬਣਾ ਸਕਦੇ ਹਾਂ। ਹੁਣ ਅੱਗੇ ਦੇਖੋ ਜੀ, ਜਿਵੇਂ ਤੁਸੀਂ ਪੀਕ ਪੁਆਇੰਟ ਸਮਝਿਆ ਸੀਗਾ, ਪੀਕ ਪੁਆਇੰਟ ਤੁਸੀਂ ਸਮਝਿਆ ਸੀ ਇਸ ਤਰੀਕੇ ਨਾਲ, ਠੀਕ ਹੈ। ਹੁਣ ਤੁਸੀਂ ਸਮਝਣਾ ਪਲੇਟੋ ਕੀ ਹੁੰਦਾ ਹੈ। ਹੁਣ ਤੁਸੀਂ ਪਲੇਟੋ ਸਮਝਣਾ। ਇਹ ਵਾਲੀ ਤੁਸੀਂ ਕਰ ਲਈ ਸਟੇਟਮੈਂਟ, ਮਤਲਬ ਦੋ ਲਾਈਨਸ ਨੂੰ ਅਸੀਂ ਇੱਕ ਸੈਂਟੈਂਸ ਬਣਾਤਾ ਫੋਲੋਇੰਗ ਲਗਾ ਕੇ ਜਾਂ ਆਫਟਰ ਲਗਾ ਕੇ ਬਣਾ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਇੱਥੇ ਰੁਕ ਗਏ। ਸਪਟੈਂਬਰ ਤੋਂ ਲੈ ਕੇ ਨਵੰਬਰ ਤੱਕ ਤੁਹਾਡਾ ਕੀ ਹੈਗਾ? ਪਲੇਟੋ। ਇਹ ਪਲੇਟੋ ਹੈ। ਪਲੇਟੋ ਕੀ ਹੁੰਦਾ ਹੈ? ਪਲੇਟੋ ਇਨਕਰੀਜ਼ ਤੋਂ ਬਾਅਦ ਜਦੋਂ ਕੌਨਸਟੈਂਟ ਹੋ ਜਾਵੇ। ਕੌਨਸਟੈਂਟ ਕੀ ਹੁੰਦਾ? ਜਦੋਂ ਕੋਈ ਚੇਂਜ ਨਾ ਆਵੇ। ਆ ਦੇਖੋ ਕੋਈ ਚੇਂਜ ਨਹੀਂ ਆ ਰਹੀ ਫਿਗਰ ਦੀ, ਇੱਥੋਂ ਦੀ ਜਿੰਨੀ ਫਿਗਰ ਇੱਥੇ ਸੀ ਓਨੀ ਫਿਗਰ ਇੱਥੇ ਹੈ, ਕੋਈ ਬਦਲਾਵ ਨਹੀਂ ਆਇਆ। ਇਹਨੂੰ ਅਸੀਂ ਪਲੇਟੋ ਕਹਿੰਦੇ ਆ। ਇਨਕਰੀਜ਼ ਤੋਂ ਬਾਅਦ ਜਦੋਂ ਕੋਈ ਬਦਲਾਵ ਨਹੀਂ ਆਉਂਦਾ ਤਾਂ ਉਹਨੂੰ ਅਸੀਂ ਪਲੇਟੋ ਕਹਿੰਦੇ ਆ। ਔਰ ਇੱਥੇ ਅਸੀਂ ਪਹੁੰਚਦੇ ਹਾਂ ਪਲੇਟੋ ਤੇ, ਠੀਕ ਹੈ। ਇੱਥੇ ਅਸੀਂ ਪਹੁੰਚਦੇ ਹਾਂ, ਜਿਵੇਂ ਉੱਥੇ ਪੀਕ ਪੁਆਇੰਟ ਤੇ ਪਹੁੰਚੇ, ਇੱਦਾਂ ਹੀ ਅਸੀਂ ਪਲੇਟੋ ਤੇ ਪਹੁੰਚਦੇ ਹਾਂ, ਠੀਕ ਹੈ। ਤੇ ਫਿਰ ਅਗਲਾ ਸੈਂਟੈਂਸ ਕੀ ਹੋਏਗਾ? ਇਟ ਰੀਚਡ ਦ ਪਲੇਟੋ। ਇਹ ਪਲੇਟੋ ਤੇ ਪਹੁੰਚਿਆ। ਹਾਂ, ਪਲੇਟੋ ਵਾਲੇ ਸੈਂਟੈਂਸ ਵਿੱਚ ਅਸੀਂ ਇਨਕਰੀਜ਼ ਵਰਡ ਯੂਜ਼ ਨਹੀਂ ਕਰਦੇ। ਪੀਕ ਪੁਆਇੰਟ ਵਿੱਚ ਅਸੀਂ ਇਨਕਰੀਜ਼ ਯੂਜ਼ ਕਰਦੇ ਹਾਂ ਵਰਡ, ਬਟ ਪਲੇਟੋ ਵਿੱਚ ਅਸੀਂ ਯੂਜ਼ ਨਹੀਂ ਕਰਦੇ। ਇਹ ਸਿੱਧਾ ਹੀ ਪਹੁੰਚਦੇ ਹਾਂ ਰੀਚਡ। ਇਟ ਰੀਚਡ ਪੀਕ ਪੁਆਇੰਟ ਆਫ, ਜਿੰਨਾ ਵੀ ਪੀਕ ਪੁਆਇੰਟ ਆ ਫਿਗਰ ਅਸੀਂ ਲਿਖਣੀ ਆ। ਕਦੋਂ ਪਹੁੰਚੀ? ਇਨ ਨਵੰਬਰ। ਹੁਣ ਦੇਖੋ ਜੀ, ਕਨੈਕਟਰ ਹੈ ਆਫਟਰ दैट ਕਨੈਕਟਰ ਲਗਾਇਆ ਕੋਮਾ। ਇਟ ਰੀਚ ਦ ਪਲੇਟੋ। ਦੇਖੋ ਇਨਕਰੀਜ਼ ਵਰਡ ਨਹੀਂ ਯੂਜ਼ ਕੀਤਾ, ਸਿੱਧਾ ਰੀਚਡ, ਸਿੱਧਾ ਪਹੁੰਚਿਆ। ਇਟ ਰੀਚ ਦ ਪਲੇਟੋ ਆਫ, ਅਸੀਂ ਫਿਗਰ ਲਿਖਤੀ ਕਿੰਨੀ ਹੈ? ਅਪਰੋਕਸੀਮੇਟਲੀ 190 ਮਿਲੀਅਨ ਡਿਰਾम्स। ਕਦੋਂ? ਡਿਊਰਿੰਗ ਨਵੰਬਰ। ਠੀਕ ਹੈ ਜੀ, ਕਲੀਅਰ ਹੋ ਗਿਆ।
ਲਾਸਟ ਸਾਡਾ ਕੀ ਹੈ, ਨਵੰਬਰ ਤੋਂ ਬਾਅਦ ਦਸੰਬਰ ਵਿੱਚ, ਨਵੰਬਰ ਤੋਂ ਦਸੰਬਰ ਵਿੱਚ ਕੀ ਆ ਜਾਂਦਾ ਹੈ, ਸਾਡਾ ਸਲਾਈਟ ਇਨਕਰੀਜ਼ ਆ ਜਾਂਦਾ, ਹਲਕਾ ਜਿਹਾ ਇਨਕਰੀਜ਼। ਇਹ 190 ਜੇ ਮਿਲੀਅਨ ਦਿਰਹਾਮਸ ਹੈ ਅਪਰੋਕਸੀਮੇਟਲੀ, ਤਾਂ ਇਹ 200 ਹੈ, ਠੀਕ ਹੈ। ਨਵੰਬਰ ਤੋਂ ਦਸੰਬਰ ਤੱਕ ਕੀ ਹੋਇਆ, ਸਲਾਈਟ ਇਨਕਰੀਜ਼। ਹੁਣ ਇਹ ਸੈਂਟੈਂਸ ਕਿੱਦਾਂ ਲਿਖਣਾ ਅਸੀਂ ਦੇਖਦੇ ਹਾਂ ਹੁਣ ਕਿਉਂਕਿ ਲਾਸਟ ਲਾਈਨ ਹੈ ਇਸ ਕਰਕੇ ਅਸੀਂ ਕਨੈਕਟਰ ਫਾਈਨਲੀ ਯੂਜ਼ ਕਰ ਸਕਦੇ ਹਾਂ। ਫਾਈਨਲੀ ਕੋਮਾ ਇਟ ਰੋਜ਼ ਗ੍ਰੈਜੂਅਲੀ ਟੂ, ਫਿਗਰ ਦਾ ਲਿਖ ਦਿਓ, ਕਿੰਨੀ ਫਿਗਰ, 200 ਮਿਲੀਅਨ ਦਿਰਹਾਮਸ। ਕਦੋਂ ਤੋਂ ਕਦੋਂ ਤੱਕ, ਨਵੰਬਰ ਟੂ ਦਸੰਬਰ ਤੱਕ। ਹੁਣ ਦੇਖੋ ਪ੍ਰੈਪੋਜੀਸ਼ਨਸ ਹੈ ਜਿਹੜੀਆਂ, ਉਹ ਤਾਂ ਤੁਸੀਂ ਪ੍ਰੈਪੋਜੀਸ਼ਨ ਦੀ ਵੀਡੀਓ ਨਹੀਂ ਦੇਖੋਗੇ ਤਾਂ ਤੁਹਾਡੀ ਪ੍ਰੈਪੋਜੀਸ਼ਨਸ ਦੀ ਕੋਈ ਗਲਤੀ ਨਹੀਂ ਹੋਏਗੀ, ਬਿਲਕੁਲ ਕਲੈਰਿਟੀ ਹੋ ਜਾਏਗੀ ਕਿੱਥੇ ਕਿਹੜੀ ਪ੍ਰੈਪੋਜੀਸ਼ਨ ਲੱਗਣੀ ਹੈ, ਉਹ 'ਚ ਸਾਫ਼ ਦਿਖਾਈ ਉਹ ਦੱਸਿਆ ਜਾ ਰਿਹਾ। ਉਸ ਤੋਂ ਬਾਅਦ ਜੇ ਸੈਂਟੈਂਸਿਸ ਦੀ ਗੱਲ ਕਰੀਏ, ਉਹ ਤੁਹਾਨੂੰ ਦੱਸ ਦਿੱਤਾ ਇਹਦੇ ਵਿੱਚ ਕਿ ਕਿੱਦਾਂ ਸੈਂਟੈਂਸ ਬਣਾਈਦੇ ਆ, ਟਰਾਂਸਲੇਸ਼ਨ ਕਰ ਕਰਕੇ ਤੁਹਾਨੂੰ ਸਮਝਾ ਦਿੱਤਾ, ਠੀਕ ਹੈ। ਪਲੇਟੋ ਦਾ ਸੈਂਟੈਂਸ ਕਿਵੇਂ ਬਣਾਈਦਾ, ਪਲੇਟੋ ਹੁੰਦਾ ਕੀ ਹੈ, ਪੀਕ ਪੁਆਇੰਟ ਕੀ ਹੁੰਦਾ, ਪੀਕ ਪੁਆਇੰਟ ਦਾ ਸੈਂਟੈਂਸ ਕਿਵੇਂ ਬਣਾਈਦਾ, ਸਾਰਾ ਦਾ ਸਾਰਾ ਟਾਸਕ ਲਿਖੀਦਾ ਕਿੱਦਾਂ, ਠੀਕ ਹੈ। ਸਾਰੀ ਲਾਈਨ ਨੂੰ ਕਿਵੇਂ ਡਿਸਕਰਾਈਬ ਕਰੀਦਾ ਔਰ 2 ਲਾਈਨਸ ਨੂੰ ਇੱਕ ਲਾਈਨ ਵਿੱਚ ਕਿਵੇਂ ਕਨਵਰਟ ਕਰੀਦਾ, ਇਹ ਸਾਰੀਆਂ ਗੱਲਾਂ ਇਸ ਵੀਡੀਓ ਵਿੱਚ ਸਮਝਾ ਦਿੱਤੀਆਂ ਗਈਆਂ ਔਰ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਗੱਲਾਂ ਸਮਝ ਲੱਗ ਗਈਆਂ। ਇੱਕ ਹੋਰ ਤਰੀਕਾ ਤੁਹਾਨੂੰ ਦੱਸ ਦਿੰਦੀ ਹਾਂ। ਇੱਥੇ ਅਸੀਂ ਵਰਬ ਨਹੀਂ ਯੂਜ਼ ਕਰ ਰਹੇ, ਇੱਥੇ ਅਸੀਂ ਹੈਡ ਯੂਜ਼ ਕਰ ਰਹੇ ਹਾਂ, ਠੀਕ ਹੈ। ਉਹੀ ਵਾਲਾ ਸੈਂਟੈਂਸ, ਲਾਸਟ ਵਾਲਾ ਸੈਂਟੈਂਸ। ਅਸੀਂ ਪਹਿਲਾਂ ਕੀ ਸੀਗਾ, ਇਟ ਰੋਜ਼ ਗ੍ਰੈਜੂਅਲੀ, ਇਟ ਰੋਜ਼ ਗ੍ਰੈਜੂਅਲੀ, ਉਹ 'ਚ ਰੋਜ਼ ਜਿਹੜਾ ਸੀਗਾ ਵਰਬ ਸੀਗਾ। ਇੱਥੇ ਰਾਈਜ਼ ਹੈ, ਇੱਥੇ ਰਾਈਜ਼ ਵਰਬ ਨਹੀਂ ਹੈ, ਇੱਥੇ ਐਜ਼ ਅ ਨਾਊਨ ਯੂਜ਼ ਹੋ ਰਿਹਾ, ਠੀਕ ਹੈ। ਇੱਥੇ ਅਸੀਂ ਹੈਡ ਯੂਜ਼ ਕਰ ਰਹੇ ਹਾਂ, ਇਟ ਹੈਡ ਅ ਗ੍ਰੈਜੂਅਲ ਰਾਈਜ਼। ਇਟ ਰੋਜ਼ ਗ੍ਰੈਜੂਅਲੀ ਦੀ ਜਗ੍ਹਾ ਅਸੀਂ ਇੱਦਾਂ ਵੀ ਲਿਖ ਸਕਦੇ, ਇਟ ਹੈਡ ਅ ਗ੍ਰੈਜੂਅਲ ਰਾਈਜ਼। ਦੋਨਾਂ ਤਰੀਕੇ ਨਾਲ ਸਾਨੂੰ ਸੈਂਟੈਂਸ ਲਿਖਣਾ ਆਉਣਾ ਚਾਹੀਦਾ, ਠੀਕ ਹੈ। ਇਟ ਹੈਡ ਅ ਗ੍ਰੈਜੂਅਲ ਰਾਈਜ਼ ਜਾਂ ਫਿਰ ਇਟ ਰੋਜ਼ ਗ੍ਰੈਜੂਅਲੀ। ਇੱਥੇ ਇਟ ਹੈਡ ਅ ਗ੍ਰੈਜੂਅਲ ਰਾਈਜ਼ ਵਿੱਚ ਗ੍ਰੈਜੂਅਲ ਐਜ਼ ਐਨ ਐਡਜੈਕਟਿਵ ਹੈ, ਰਾਈਜ਼ ਐਜ਼ ਅ ਨਾਊਨ ਹੈ। ਇਟ ਰੋਜ਼ ਗ੍ਰੈਜੂਅਲੀ ਵਿੱਚ ਰੋਜ਼ ਐਜ਼ ਅ ਵਰਬ ਹੈ, ਗ੍ਰੈਜੂਅਲੀ ਐਜ਼ ਐਨ ਐਡਵਰਬ ਯੂਜ਼ ਕੀਤਾ ਜਾਂਦਾ ਹੈ।